ਰੱਬ ਵਰਗੇ ਸਰੋਤਿਆਂ ਦੀ ਕਚਹਿਰੀ ਵਿੱਚ ਇੱਕ ਵਾਰ ਫੇਰ ਵਿਚਾਰਾਂ ਦੀ ਸਾਂਝ ਲੈ ਕੇ ਹਾਜ਼ਰ ਹੋਇਆ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਬਖਸ਼ਿਸ਼ ਕੀਤੀ ਹੋਈ ਪਿਆਰ ਭਰੀ ਸਤਿਕਾਰ ਭਰੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਦਾਸ ਦੇ ਚੈਨਲ ਗਿਆਨੀ ਬਲਵੰਤ ਸਿੰਘ ਹਮਦਮ ਤੇ ਬਹੁਤ ਸਾਰੇ ऐसे ਵੀਡੀਓ ਨੇ ਗੁਰਮਤਿ ਵਿਚਾਰਾਂ ਦੀਆਂ ਜਿਨ੍ਹਾਂ ਨੂੰ ਆਪ ਨੇ ਬਹੁਤ ਸਤਿਕਾਰ ਪਿਆਰ ਦਿੱਤਾ। ਔਰ ਉਸ ਵਿੱਚ ਇੱਕ ਵੀਡੀਓ ਅੰਮ੍ਰਿਤ ਵੇਲੇ ਦਾ ਸਮਾਂ ਲਗਭਗ 20K ਵਿਊਜ਼ ਜੋ ਹੁਣ ਤੱਕ ਹੋ ਚੁੱਕੇ ਨੇ ਔਰ ਸੰਗਤਾਂ ਦੇ ਬਹੁਤ ਕਮੈਂਟ ਵੀ ਆਏ ਜਿਨ੍ਹਾਂ ਦਾ ਵਾਰੀ-ਵਾਰੀ ਰਿਪਲਾਈ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਜੇ ਕਿਸੇ ਨੂੰ ਰਿਪਲਾਈ ਨਾ ਦੇ ਸਕਿਆ ਹੋਵਾਂ ਤਾਂ ਉਹਦੇ ਕੋਲੋਂ ਮਾਫੀ ਚਾਹੁੰਦਾ, ਪਰ ਆਪ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਬੜੀ ਬਾਰੀਕੀ ਦੇ ਨਾਲ ਹਰ ਇੱਕ ਵੀਡੀਓ ਨੂੰ ਸੁਣਦੇ ਹੋ ਔਰ ਦਾਸ ਨੂੰ ਆਪ ਮੈਸੇਜ ਕਰਦੇ ਹੋ। ਤੇ ਬੜੇ ਸਮੇਂ ਤੋਂ ਇੱਕ ਮੈਸੇਜ ਮੇਰੇ ਕੋਲ ਆ ਰਿਹਾ ਸੀ ਕਿ ਜਿੱਥੇ ਅੰਮ੍ਰਿਤ ਵੇਲੇ ਦਾ ਸਮਾਂ ਤੁਸੀਂ ਵੀਡੀਓ ਬਣਾਈ ਹੈ ਔਰ ਸੰਗਤਾਂ ਤੱਕ ਵਿਚਾਰ ਆਪ ਜੀ ਦੇ ਪਹੁੰਚੇ ਨੇ, ਉੱਥੇ ਆਪ ਜੀ ਦੱਸੋ ਸਿਮਰਨ ਦਾ ਸਮਾਂ ਕਿਹੜਾ ਹੈ, ਸਿਮਰਨ ਕਿਹੜੇ ਵੇਲੇ ਕੀਤਾ ਜਾਏ। ਤੇ ਜੇ ਸਿਮਰਨ ਦੀ ਗੱਲ ਕਰੀਏ, ਪਾਤਸ਼ਾਹ ਬਾਣੀ ਦੇ ਅੰਦਰ ਬੜੀ ਸੁੰਦਰ ਸਾਂਝ ਕਰਦੇ ਨੇ ਕਿ ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਕਿ ਸਿਮਰਨ ਦਾ ਕੋਈ ਸਮਾਂ ਨਹੀਂ। ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਹਰ ਇੱਕ ਸਮੇਂ ਸਿਮਰਨ ਕੀਤਾ ਜਾ ਸਕਦਾ ਹੈ। ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਹੈ, ਉਸ ਦੀ ਯਾਦ ਨੂੰ ਹਿਰਦੇ 'ਚ ਵਸਾਇਆ ਜਾ ਸਕਦਾ ਹੈ। ਇਸ ਲਈ ਕਿਸੇ ਇਕਾਂਤ ਦੀ ਜ਼ਰੂਰਤ ਨਹੀਂ ਹੈ। ਸਿਮਰਨ ਦੇ ਸਮੇਂ ਦੀ ਗੱਲ ਕਰੀਏ ਤੇ ਸਿਮਰਨ ਦਾ ਸਭ ਤੋਂ ਵਧੀਆ ਸਮਾਂ ਇਹ ਜੀਵਨ ਹੈ। ਇਹ ਮਨੁੱਖਾ ਜੀਵਨ ਮਿਲਿਆ ਹੀ ਇਸ ਕਰਕੇ ਹੈ ਕਿ ਇਹ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਉਸ ਦੇ ਨਾਲ ਮਿਲਾਪ ਕੀਤਾ ਜਾ ਸਕੇ, ਉਸ ਰੱਬੀ ਸ਼ਕਤੀ ਦੇ ਨਾਲ ਰੂਹਾਨੀ ਸ਼ਕਤੀ ਦੇ ਨਾਲ ਮਿਲਾਪ ਕੀਤਾ ਜਾ ਸਕੇ, ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਸਕੇ। ਇਹ ਜੀਵਨ ਮਿਲਿਆ ਇਸੇ ਕਰਕੇ ਹੀ ਹੈ। ਆਪਾਂ ਬਚਨ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿ ਮਨੁੱਖਾ ਜੋਨ ਇਸ ਕਰਕੇ ਮਿਲੀ ਹੈ ਕਿ ਉਸ ਪ੍ਰਮਾਤਮਾ ਨੂੰ ਤਿਆਗ ਕੇ ਉਸ ਮਨੁੱਖਾ ਜੋਨ ਨੂੰ ਸਫਲਾ ਕੀਤਾ ਜਾ ਸਕੇ ਉਸ ਦੇ ਮਿਲਾਪ ਦੇ ਦੁਆਰਾ। ਤੇ ਮਨੁੱਖਾ ਜਨ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋਵੇਗਾ ਕਿਵੇਂ? ਉਸ ਦੇ ਵਿਚਕਾਰ ਐਸੀ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਪ੍ਰਮਾਤਮਾ ਦੇ ਨਾਮ ਮਿਲਾਏਗੀ? ਉਹ ਹੈ ਪ੍ਰਮਾਤਮਾ ਦਾ ਨਾਮ, ਪ੍ਰਮਾਤਮਾ ਦੀ ਯਾਦ, ਉਸ ਦਾ ਸਿਮਰਨ, ਉਸ ਦਾ ਜਪ, ਉਸ ਦੀ ਭਗਤੀ, ਉਸ ਦੀ ਬੰਦਗੀ। ਨਾਮ ਦੀ ਗੱਲ ਕਰੀਏ ਤੇ ਗੁਰੂ ਦਾ ਹੁਕਮ ਹੀ ਪ੍ਰਮਾਤਮਾ ਦਾ ਨਾਮ ਹੈ। ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਅੱਗੇ ਇਹ ਗੱਲ ਕਲੀਅਰ ਕਰਦੇ ਹਾਂ। ਆਪਾਂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਦੀ ਬਾਣੀ ਹੀ ਨਾਮ ਹੈ, ਗੁਰੂ ਦਾ ਹੁਕਮ ਹੀ ਨਾਮ ਹੈ ਤੇ ਨਾਮ ਹੀ ਹੁਕਮ ਹੈ। ਗੁਰੂ ਦੇ ਹੁਕਮ ਨੂੰ ਮੰਨ ਲੈਣਾ ਹੀ ਨਾਮ ਹੈ, ਗੁਰੂ ਦੇ ਹੁਕਮ ਨੂੰ ਮੰਨ ਲੈਣਾ ਹੀ ਨਾਮ ਜਪਣਾ ਹੈ ਤੇ ਨਾਮ ਜਪਣਾ ਹੀ ਗੁਰੂ ਦਾ ਹੁਕਮ ਹੈ। ਔਰ ਇਹ ਮਨੁੱਖਾ ਜੂਨ ਸਭ ਤੋਂ ਵਧੀਆ ਜੂਨ ਹੈ ਜਿਹਦੇ ਵਿੱਚ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਹੁਣ ਮਨੁੱਖਾ ਜੂਨ ਦੇ ਅੰਦਰ 3 ਅਵਸਥਾਵਾਂ ਨੇ। ਇੱਕ ਅਵਸਥਾ ਬਾਲਪੁਣੇ ਦੀ, ਦੂਜੀ ਅਵਸਥਾ ਜਵਾਨੀ ਦੀ ਔਰ ਤੀਸਰੀ ਅਵਸਥਾ ਬੁਢਾਪੇ ਦੀ। ਆਪਾਂ ਬਚਨ ਪੜ੍ਹਦੇ ਹਾਂ, 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੇ, 40 पुर हुए 85 पग फिसे 60 के बोड़े पावे, 17 का मतहीन 80 का व्यवहार न पावे, 9 का से जसनी मूल न जाने आप बल टंडोलम टुंडम डिठ में नानक जग तुए का तवला। ਆਪਾਂ ਬਚਨ ਪੜ੍ਹਦੇ ਹਾਂ, ਬਾਲ ਜਵਾਨੀ ਅਰ ਬਿਰਧਪੁਰ 3 ਅਵਸਥਾ ਜਾਨ। ਨਾਮ ਕਦੋਂ ਤੱਕ ਜਪਿਆ ਜਾ ਸਕਦਾ ਹੈ?
नाम जपन का समा किहड़ा है? सतगुरु जी ने बड़ा सुंदर वचन दिता है, जब लग जरा रोग नहीं आया, जब लग काल ग्रसी नहीं काया, जब लग बिकल पई नहीं बाणी, भज ले दे मन सारंग पाणी। जब लग जरा रोग नहीं आया, भाव जरा रोग बुढ़ापा रोग नहीं आ गया। बुढ़ापा ही सब तो बड़ा रोग है। कहते जदों तक जर नहीं आ गया, बुढ़ापा नहीं आ गया, शरीर के अंदर रोग नहीं आ गए, उदों तक परमात्मा का नाम जप, सिमरन कर, भजन बंदगी कर। जब लग जरा रोग नहीं आया, जब लग काल ग्रसी नहीं काया, जदों तक मौत नहीं आ जाती उदों तक परमात्मा का नाम जप। जब लग बिकल भई नहीं बाणी, भाव जदों तक आवाज निकल रही है अंदरों, श्वास निकल रहे ने, आवाज निकल रही है गले दे चों, उदों तक परमात्मा का नाम जप। क्योंकि एक ऐसी अवस्था होती है कि जो बंदा बोलना भी बंद हो जाता है, गले चो आवाज़ भी नहीं निकलती। सतगुर का भाव है कि जदों तक तेरे गले चो आवाज़ निकल रही है उदों तक परमात्मा का नाम जप। जब लग बिकल भई नहीं बाणी, भज ले दे मन सारन पाणी, उदों तक परमात्मा का नाम सो सिमरन कर। यह सिमरन का समय। हुण 3 अवस्था की गल की है कि बाल जवानी और बिरथ होण 3 अवस्था जान, और 3 अवस्था की गल करिए तो 3 अवस्था विचों किहड़ी अवस्था है जिहदे च नाम जपिया जीवन सफल हो सकता है। जे पहली अवस्था की गल करिए बालपुणे की, तो बालपुणे दे विच भाई गुरदास जी दी पावन पंक्तियां ने, शुद्ध ना होवे बाल बुद्ध बालक लीला विच वहावे। कहले बाल बुद्ध दे विच शुद्ध नहीं होंदी बच्चे नूं। उस समय बच्चा खिडौणियां दे विच मस्त हुंदा है, खाण पीण दे विच मस्त हुंदा है, खेडां दे विच मस्त हुंदा है, परमात्मा का नाम नहीं जपिया जा सकता। और जवानी दे विच भाई गुरदास जी कहंदे ने, पर धन पर जोबन पछताइए, पर तन पर धन पर निंद भावे। कहले उस विच हुंदा की है, जदों शरीर भरिया जाता है, जोबन आ जाता है, उदों पराई निंदिया, पराई ईरखा और पराया शरीर, पराया तन, पराया धन देखण दे विच ये शरीर लगा रहिंदा है, बॉडी लगी रहिंदी है, नज़रां लगियां रहिंदियां ने। कहले ना बचपने च नाम जपिया जा सकता है। जवानी जिहड़ी मस्त हो गई है रसां कसां दे अंदर, इंद्रियां मस्त हो गई ने रसां कसां दे विच। ते बिरध अवस्था की गल करिए तो भाई गुरदास जी कहते हैं, बिरध होआ जंजाल विच महा जंजाल परिवार फहावै। कि बिरध अवस्था दे विच जंजालां विच बंदा फस जाता है परिवार दे, इस करके बिरध अवस्था विच नाम नहीं जपिया जा सकता। हुण 3 अवस्था विच नाम नहीं जपिया जा सकता। भाई गुरदास जी की बाणी नूं वेखीए तां कि बालक लीला विच वहावै, जदों बालपुणा सी उदों खेडां विच मस्त है, जदों जवानी हो पराई निंदिया पराई ईरखा दे विच मस्त है, बुढ़ापा आया परिवार दे विच मस्त हो गया, जंजालां च पै गया। तो फिर नाम किहड़े वेले जपीए, किहड़ा समय परमात्मा का नाम जपण लई? इत्थे ते बाणी ये गल कहंदी है कि बचपने च भी नाम जपिया, नाम जपो जी ऐसे ऐसे त्रु प्रहलाद जप्यो हर जैसे। इत्थे ते बाणी ये गल कहंदी है कि जवानी दे विच भी परमात्मा का नाम जपिया। साहिबजादा अजीत सिंह जी, साहिबजादा जुझार सिंह जी, होर कई ऐसे सूरमे होए जिन्हां परमात्मा का नाम जपिया। छोटी अवस्था च गल करिए तो बाबा जोरावर सिंह, बाबा फतेह सिंह जिन्हां ने परमात्मा का नाम जपिया और वड्डियां पलांघां पुट्टियां, उम्र छोटी है। जे बुढ़ापे की गल करिए तो बुढ़ापे बाबा दीप सिंह वर्गे, बाबा बुढ़ा जी वर्गे साढ़े सामने नजर आउंदे ने नाम जपदे हुए 3 अवस्थावां दे विच। पर ये 3 अवस्थावां बणियां किवें? क्योंकि विरासत दे विच नाम मिलिया सी परमात्मा दा। घर दे अंदरों नाम की दात मिली सी, गुरु कोलों नाम की दात मिली सी, माता कोलों असीस मिली सी भगती दी, जिहदे करके इन्हां ने नाम जपिया। गुरु कृपा हो जाए बंदा नाम ताइयों जपदा है। और आपां गुरु कृपा लैनी है जप के, ये नहीं कृपा हो जाए तो जपना है, बल्कि जपदियां ही कृपा लैनी है। जपांगे तो कृपा मिलेगी, जपांगे तो कृपा दे घर विच आवांगे, ते जे जपांगे नहीं, मेहनत करांगे नहीं, तो कृपा दे घर विच नहीं आवांगे। ते फिर उम्र किहड़ी सफली है? किस उम्र दे विच नाम जपिया जावे? और आरज़ा उही सफली है जिहड़ी परमात्मा दे नाम दे विच लग जाए, बंदगी दे विच लग जावे। एक छोटी जी कहानी मैं आप जी दे सामने पेश करा।
ਕਿ ਕਿਹੜੀ ਉਮਰ ਦੇ ਵਿੱਚ ਨਾਮ ਜਪਿਆ ਜਾਵੇ ਤੇ ਉਮਰ ਕਿਹੜੀ ਸਫਲੀ ਹੈ। ਚੌਪਾਲ ਦੇ ਉੱਤੇ ਦੋ ਨੌਜਵਾਨ ਬੈਠੇ ਨੇ, ਇੱਕ ਵਿਕਾਰੀ ਵਿਅਕਤੀ ਦਾ ਤੇ ਦੂਸਰਾ ਧਾਰਮਿਕ ਵਿਅਕਤੀ ਦਾ, ਧਾਰਮਿਕ ਪ੍ਰਵਿਰਤੀ ਦਾ। और उसको तीन स्त्रियां लंघ रही ने, बुजुर्ग है और दूसरी विचकारली उम्र दी है ते तीसरी छोटी उम्र दी है। बाल, जवानी, बिरध तिन्ने अवस्थावां दीयां औरतां उधरों लंघ रही ने ते विकारी व्यक्ति वाला कहण लगा, ना सदके जावां अगली दे, ना सदके जावां पिछली दे, मैं सदके जावां विचली दे। ਜਿਹੜਾ ਧਾਰਮਿਕ ਪ੍ਰਵਿਰਤੀ ਵਾਲਾ ਸੀ ਕਹਿਣ ਲੱਗਾ, ਭਲਿਆ ਤੂੰ ਗੱਲ ਸੱਚ ਕਹੀ ਹੈ, ਤੂੰ ਸੱਚ ਕਿਹਾ ਹੈ, ਨਾ ਸਦਕੇ ਜਾਵਾਂ ਅਗਲੀ ਦੇ, ਨਾ ਸਦਕੇ ਜਾਵਾਂ ਪਿਛਲੀ ਦੇ, ਮੈਂ ਸਦਕੇ ਜਾਵਾਂ ਵਿਚਲੀ ਦੇ। ਵਿਕਾਰੀ ਬੰਦਾ ਕਿ ਹੈਰਾਨ ਹੋ ਕੇ ਕਹਿਣ ਲੱਗਾ, ਭਲਿਆ ਮੈਂ ਤੇ ਵਿਕਾਰੀ ਬਿਰਤੀ ਕਰਕੇ ਕਿਹਾ, ਕਿਉਂਕਿ ਮੇਰੀ ਨਜ਼ਰ ਦੇ ਵਿੱਚ ਵੀ ਵਿਕਾਰ ਨੇ, ਮੇਰੇ ਮਨ ਦੇ ਵਿੱਚ ਵੀ ਵਿਕਾਰ ਨੇ, ਮੇਰੇ ਤਨ ਦੇ ਵਿੱਚ ਵੀ ਵਿਕਾਰ ਨੇ, ਹਰ ਥਾਂ ਤੇ ਵਿਕਾਰ ਨੇ ਤੇ ਮੈਂ ਤੇ ਵਿਕਾਰੀ ਬਿਰਤੀ ਦੇ ਕਰਕੇ ਇਹ ਗੱਲ ਕਹੀ ਹੈ, ਪਰ ਤੂੰ ਤੇ ਧਾਰਮਿਕ ਪ੍ਰਵਿਰਤੀ ਦਾ, ਤੈਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ। ਉਹ ਕਹਿਣ ਲੱਗਾ, ਭਲਿਆ ਤੂੰ ਵਿਕਾਰੀ ਬਿਰਤੀ ਦੇ ਕਰਕੇ ਕਹੀ ਹੈ, ਪਰ ਮੈਂ ਧਾਰਮਿਕ ਪ੍ਰਵਿਰਤੀ ਦੇ ਕਰਕੇ ਕਹੀ ਹੈ। ਮੈਂ ਇਸ ਨੂੰ ਧਾਰਮਿਕ ਵਾਲੇ ਪਾਸੇ ਲੈ ਗਿਆ ਇਸ ਗੱਲ ਨੂੰ। ਕਹਿਣ ਲੱਗਾ ਕਿਵੇਂ? ਕਹਿਣ ਲੱਗਾ, ਵੇਖ ਨਾ ਸਦਕੇ ਜਾਵਾਂ ਅਗਲੀ ਦੇ, ਨਾ ਸਦਕੇ ਜਾਵਾਂ ਪਿਛਲੀ ਦੇ। ਮੈਂ ਆਰਜ਼ਾ ਦੇ ਨਾਲ ਇਹਨੂੰ ਜੋੜਿਆ ਕਿ ਨਾ ਤੇ ਮੈਂ ਬਚਪਨੇ ਦੀ ਆਰਜ਼ਾ ਤੇ ਵਿਸ਼ਵਾਸ ਕਰਦਾ, ਨਾ ਮੈਂ ਬੁਢਾਪੇ ਦੀ ਆਰਜ਼ਾ ਤੇ ਵਿਸ਼ਵਾਸ ਕਰਦਾ। ਵਿਚਕਾਰਜਾ ਜੇ ਹੈ ਤੇ ਵਿਚਕਾਰਲੀ ਹੈ, ਭਾਵ ਜਵਾਨੀ ਦੀ ਉਮਰ ਹੈ ਜਿਹਦੇ ਵਿੱਚ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, ਕਿਉਂਕਿ ਬਚਪਨੇ ਦੇ ਵਿੱਚ ਖਿਡੌਣਿਆਂ ਵਿੱਚ ਬੱਚਾ ਮਸਤ ਤੇ ਬੁਢਾਪੇ 'ਚ ਜੰਜਾਲਾਂ 'ਚ ਫਸ ਕੇ ਰਹਿ ਜਾਂਦਾ ਹੈ, ਨਾਮ ਜਪਿਆ ਕੋਈ ਨਹੀਂ ਜਾਂਦਾ। ਇਸ ਲਈ ਵਿਚਕਾਰਲੀ ਉਮਰ ਹੈ ਤੇ ਮੈਂ ਸਦਕੇ ਜਾਵਾਂ ਵਿਚਲੀ ਦੇ। ਔਰ ਉਮਰ ਉਹੀ ਸਫਲੀ ਹੈ, ਆਰਜਾ ਉਹੀ ਸਫਲੀ ਹੈ ਜਿਹੜੇ ਸਮਾਂ ਪਰਮਾਤਮਾ ਦੇ ਨਾਮ ਦੇ ਵਿੱਚ ਲੱਗਦਾ ਹੈ, ਬੰਦਗੀ ਦੇ ਵਿੱਚ ਲੱਗਦਾ ਹੈ। ਮੈਂ ਛੋਟੀ ਜਿਹੀ ਸਾਖੀ ਉਦਾਹਰਣ ਆਪ ਜੀ ਦੇ ਸਨਮੁਖ ਰੱਖਾਂ ਤਾਂ ਗੱਲ ਸਮਝ ਦੇ ਵਿੱਚ ਆ ਜਾਏ, ਗੱਲ ਪਕੜ ਦੇ ਵਿੱਚ ਆ ਜਾਏ ਕਿ ਆਰਜਾ ਕਿਹੜੀ ਸਫਲੀ ਹੈ, ਉਮਰ ਕਿਹੜੀ ਸਫਲੀ ਹੈ। ਈਟ, ਬੀ, ਡਰਿੰਕ ਐਂਡ ਮੈਰੀ ਵਾਲੀ ਜਾਂ ਪਰਮਾਤਮਾ ਦੇ ਨਾਮ ਵਾਲੀ ਕਿਹੜੀ ਸਫਲੀ ਹੈ। ਖਾਓ ਪੀਓ ਮौज ਮਾਣੋ ਵਾਲੀ ਜਾਂ ਪ੍ਰਮਾਤਮਾ ਦੇ ਨਾਮ ਵਾਲੀ, ਧਰਮ ਦੇ ਕਰਮਾਂ ਵਾਲੀ ਜ਼ਿੰਦਗੀ ਕਿਹੜੀ ਸਫਲੀ ਹੈ। ਔਰ ਜ਼ਿੰਦਗੀ ਸਫਲ ਕਿਹੜੀ ਹੋਵੇਗੀ, ਵੇਲਾ ਸਫਲ ਕਿਹੜਾ ਹੋਵੇਗਾ, ਕਿਹੜੇ ਵੇਲੇ ਕੀਤਾ ਹੋਇਆ ਸਿਮਰਨ ਜਿਹੜਾ ਹੈ ਸਾਡੀ ਜ਼ਿੰਦਗੀ ਨੂੰ ਸਫਲ ਕਰ ਦੇਵੇਗਾ, ਕਿਹੜੇ ਵੇਲੇ ਜਪਿਆ ਹੋਇਆ ਹੁਕਮ ਸਾਡੀ ਜ਼ਿੰਦਗੀ ਨੂੰ ਸਫਲ ਕਰ ਦੇਵੇਗਾ, ਕਿਹੜੇ ਵੇਲੇ ਗੁਰੂ ਦਾ ਫੜਿਆ ਹੋਇਆ ਪੱਲਾ ਸਾਨੂੰ ਜਿਹੜਾ ਸਫਲ ਕਰ ਦੇਵੇਗਾ ਸਾਡੀ ਜ਼ਿੰਦਗੀ ਨੂੰ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਿੰਡ ਦੇ ਵਿੱਚ ਭਾਈ ਮਰਦਾਨਾ ਜੀ ਦੇ ਨਾਲ ਠਹਿਰੇ ਨੇ। ਪ੍ਰਭਾਤ ਦਾ ਵੇਲਾ ਹੋਇਆ ਹੈ। ਸਤਿਗੁਰੂ ਜੀ ਤੇ ਭਾਈ ਮਰਦਾਨਾ ਜੀ ਸ਼ਹਿਰ ਨੂੰ ਨਿਕਲੇ ਨੇ, ਕਬਰਾਂ ਵਾਲੇ ਪਾਸੇ ਚਲੇ ਗਏ ਨੇ। ਚਲਦਿਆਂ ਚਲਦਿਆਂ ਕਬਰਾਂ ਦੇ ਕੋਲ ਪਹੁੰਚੇ ਨੇ ਤੇ ਉੱਥੇ ਜਾ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਕਬਰਾਂ ਵੱਲ ਵੇਖ ਕੇ, ਕਿਉਂਕਿ ਕਬਰਾਂ ਦੇ ਉੱਤੇ ਜਿਹੜੀ ਉਮਰ ਲਿਖੀ ਸੀ ਪੱਥਰਾਂ ਦੇ ਉੱਤੇ, ਉਹ ਜਾਂ ਤੇ ਉਮਰ ਬਚਪਨੇ ਦੀ ਸੀ ਜਾਂ ਜਵਾਨੀ ਦੀ ਸੀ। ਬੁਢਾਪੇ ਦੀ ਉਮਰ ਦਾ ਕੋਈ ਵੀ ਬੰਦਾ ਉਸ ਕਬਰ ਦੇ ਵਿੱਚ ਨਹੀਂ ਸੀ। ਇਹ ਨਹੀਂ ਕਿ ਬੁਢਾਪੇ ਦੇ ਬੰਦੇ ਨਹੀਂ ਸਨ, ਹੈ ਸਨ ਉਹਨਾਂ ਕਬਰਾਂ ਦੇ ਵਿੱਚ, ਪਰ ਉੱਪਰ ਉਮਰ ਜਿਹੜੀ ਸਿਰਫ ਬਚਪਨੇ ਦੀ ਤੇ ਜਵਾਨੀ ਦੀ ਲਿਖੀ ਸੀ। ਬੜੇ ਹੈਰਾਨ ਹੋਏ ਕਿ ਅਸੀਂ ਤੇ ਪਿੰਡ ਦੇ ਵਿੱਚ 180 ਸਾਲ ਦੇ, 90 ਸਾਲ ਦੇ, 100 ਸਾਲ ਦੇ ਬਜ਼ੁਰਗ ਵੇਖ ਕੇ ਆਏ ਹਾਂ, ਪਰ ਇੱਥੇ ਕਬਰਾਂ ਦੇ ਉੱਤੇ ਸਿਰਫ ਤੇ ਸਿਰਫ ਬਚਪਨੇ ਜਾਂ ਜਵਾਨੀ ਦੀ ਉਮਰ ਖੁਦ ਹੀ। ਐਸਾ ਕਿਉਂ? ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਮਰਦਾਨਿਆ ਚੱਲ ਪਿੰਡ ਵਾਲਿਆਂ ਕੋਲੋਂ ਪੁੱਛੀਏ। ਜਾਣੀ ਜਾਣ ਸਤਿਗੁਰੂ ਪਿੰਡ ਵਾਲਿਆਂ ਕੋਲੋਂ ਜਵਾਬ ਦਿਵਾਉਣਾ ਚਾਹੁੰਦੇ ਨੇ, ਜਾਣਦੇ ਨੇ ਇਸ ਗੱਲ ਨੂੰ, ਜਾਣਦੇ ਨੇ ਕਿ ਕਬਰ ਦੇ ਉੱਤੇ ਉਮਰ ਲਿਖੀ ਹੈ ਤੇ ਕਿਉਂ ਇੰਨੀ ਉਮਰ ਲਿਖੀ ਹੈ, ਇਸ ਦਾ ਕਾਰਨ ਵੀ ਜਾਣਦੇ ਨੇ, ਪਰ ਪਿੰਡ ਵਾਲਿਆਂ ਦੇ ਮੂੰਹ ਸੁਣਾਉਣਾ ਚਾਹੁੰਦੇ ਨੇ ਭਾਈ ਮਰਦਾਨਾ ਜੀ ਨੂੰ, ਤਾਂ ਕਿ ਭਾਈ ਮਰਦਾਨਾ ਜੀ ਨੂੰ ਪਤਾ ਲੱਗ ਜਾਏ ਕਿ ਉਮਰ ਕਿਹੜੀ ਸਫਲੀ ਹੈ ਔਰ ਕਿਸ ਤਰ੍ਹਾਂ ਸਫਲੀ ਹੋ ਸਕਦੀ ਹੈ। ਜਦੋਂ ਪਿੰਡ ਵਾਲਿਆਂ ਦੇ ਕੋਲ ਪਹੁੰਚੇ ਨੇ, ਉੱਥੇ ਉਹਨਾਂ ਨੇ ਸਤਿਕਾਰ ਕੀਤਾ ਹੈ ਸਤਿਗੁਰੂ ਜੀ ਦਾ, ਭਾਈ ਮਰਦਾਨਾ ਜੀ ਦਾ ਨਮਸਕਾਰ ਕੀਤੀ ਹੈ, ਸੀਸ ਝੁਕਾਇਆ ਹੈ। ਸਤਿਗੁਰੂ ਜੀ ਤੇ ਭਾਈ ਮਰਦਾਨਾ ਜੀ ਬੈਠ ਗਏ ਨੇ
ਤੇ ਸਤਿਗੁਰੂ ਜੀ ਪਿੰਡ ਵਾਲਿਆਂ ਨੂੰ ਕਹਿਣ ਲੱਗੇ, ਭਲਿਓ ਆ ਮੇਰੇ ਸਿੱਖ ਦਾ ਇੱਕ ਸਵਾਲ ਹੈ, ਜਰਾ ਇਹ ਸਵਾਲ ਹੱਲ ਕਰ ਦਿਓ। ਪਿੰਡ ਵਾਲੇ ਕਹਿਣ ਲੱਗੇ, ਕੀ ਸਵਾਲ ਹੈ? ਭਾਈ ਮਰਦਾਨਾ ਜੀ ਕਹਿਣ ਲੱਗੇ, ਮੈਂ ਕਬਰਾਂ ਵਾਲੇ ਪਾਸੇ ਗਏ ਸਾਂ, ਚਲਦਿਆਂ ਚਲਦਿਆਂ ਸੈਰ ਕਰਦਿਆਂ ਕਬਰਾਂ ਦੇ ਕੋਲੋਂ ਨਿਕਲੇ ਤੇ ਵੇਖ ਕੇ ਹੈਰਾਨੀ ਹੋਈ ਕਿ ਉਸ ਕਬਰਾਂ ਦੇ ਉੱਤੇ ਜਾਂ ਤੇ ਬਚਪਨੇ ਦੀ ਉਮਰ ਹੈ ਤੇ ਜਾਂ ਪੱਥਰਾਂ ਦੇ ਉੱਤੇ ਜਵਾਨੀ ਦੀ ਉਮਰ ਹੈ। ਔਰ ਇੱਥੇ ਚੌਪਾਲ ਦੇ ਵਿੱਚ ਵੇਖ ਰਹੇ ਹਾਂ, ਪਿੰਡ ਦੇ ਵਿੱਚ ਵੇਖ ਰਹੇ ਹਾਂ, ਇੱਥੇ ਵੱਡੀ ਵੱਡੀ ਉਮਰ ਦੇ ਬਜ਼ੁਰਗ ਬੈਠੇ ਨੇ। ਕਿ ਉਹਨਾਂ ਕਬਰਾਂ ਦੇ ਵਿੱਚ ਬਜ਼ੁਰਗਾਂ ਦੀ ਲਾਸ਼ਾਂ ਨਹੀਂ ਦੱਬੀਆਂ? ਤੇ ਫਿਰ ਉੱਤੇ ਬਚਪਨੇ ਦੀ ਉਮਰ ਕਿਉਂ ਹੈ, ਜਵਾਨੀ ਦੀ ਉਮਰ ਕਿਉਂ ਹੈ, ਉਸ ਤੋਂ ਵੱਡੀ ਉਮਰ ਦੇ ਕਿਉਂ ਨਹੀਂ? ਬਜ਼ੁਰਗ ਕਹਿਣ ਲੱਗੇ, ਉੱਥੇ 100 ਸਾਲ ਦਾ ਬਜ਼ੁਰਗ ਵੀ ਦੱਬਿਆ ਹੈ, ਪਰ ਉੱਥੇ ਅਰਜ਼ਾ ਸਿਰਫ ਜਵਾਨੀ ਦੀ ਜਾਂ ਬਚਪਨੇ ਦੀ ਲਿਖੀ। ਇਸ ਦਾ ਕਾਰਨ ਹੈ, ਇਸ ਦਾ ਕਾਰਨ ਇਹ ਹੈ ਕਿ ਜਿੰਨੀ ਕੁ ਅਰਜ਼ਾ ਬੰਦਾ ਧਰਮ ਦੇ ਕੰਮਾਂ ਦੇ ਵਿੱਚ ਬਤੀਤ ਕਰ ਗਿਆ, ਜਿੰਨੀ ਕੁ ਅਰਜ਼ਾ ਦੇ ਵਿੱਚ ਉਸਨੇ ਧਰਮ ਦੇ ਕੰਮ ਕੀਤੇ ਨੇ, ਗੁਰੂ ਦਾ ਪੱਲਾ ਫੜਿਆ ਹੈ ਜਾਂ ਗੁਰੂ ਦਾ ਸਿਮਰਨ ਭਜਨ ਬੰਦਗੀ ਕੀਤੀ ਹੈ, ਕਹਿਣ ਲੱਗੇ ਬਸ ਉਨੀ ਕੁ ਉਮਰ ਹੀ ਉੱਥੇ ਲਿਖੀ ਗਈ ਹੈ ਔਰ ਬਾਕੀ ਉਮਰ ਜਿਹੜੀ ਵਿਅਰਥ ਚਲੀ ਗਈ। ਪਾਤਸ਼ਾਹ ਜੀ ਵੀ ਕਹਿੰਦੇ ਨੇ, ਅਵਰ ਕਹਾ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਛ ਕੇਵਲ ਨਾਮ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਕਹਿੰਦੇ ਕਿ ਜਿਹੜੀ ਉਮਰ ਗੁਣ ਗੋਬਿੰਦ ਦੇ ਗੁਣਾਂ ਤੋਂ ਬਿਨਾਂ ਲੰਘ ਗਈ, ਗੁਰੂ ਗੋਬਿੰਦ ਦੇ ਹੁਕਮਾਂ ਤੋਂ ਬਿਨਾਂ ਲੰਘ ਗਈ, ਸਮਝ ਲੈਣਾ ਉਹ ਅਕਾਰਤ ਚਲੀ ਗਈ, ਉਹ ਵਿਅਰਥ ਚਲੀ ਗਈ। ਜਿਹੜਾ ਵੇਲਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਲੰਘ ਗਿਆ, ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲੰਘ ਗਿਆ, ਉਹੀ ਸਫਲਾ ਹੈ। ਗੱਲ ਕਲੀਅਰ ਹੋ ਗਈ ਹੋਵੇਗੀ। ਹੁਣ ਸਿਮਰਨ ਦਾ ਖਾਸ ਸਮਾਂ ਕਿਹੜਾ ਹੈ, ਇਹ ਵੀ ਗੱਲ ਆਪਾਂ ਵੇਖ ਲਈ ਸਤਿਗੁਰ ਦੇ ਬਚਨਾਂ ਦੁਆਰਾ ਕਿ ਸਿਮਰਨ ਹਰ ਵੇਲੇ ਕੀਤਾ ਜਾ ਸਕਦਾ, ਉਸ ਨੂੰ ਹਰ ਵੇਲੇ ਯਾਦ ਕੀਤਾ ਜਾ ਸਕਦਾ। ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰਿ ਹਰਿ ਗਾਈਏ। ਇਹ ਵੀ ਆਪਾਂ ਸਮਝ ਲਿਆ ਕਿ ਇਹ ਜੀਵਨ ਹੀ ਅਸਲੀ ਉਮਰ ਹੈ, ਅਸਲੀ ਮੌਕਾ ਹੈ, ਅਸਲੀ ਸਮਾਂ ਹੈ ਪ੍ਰਮਾਤਮਾ ਦੇ ਨਾਮ ਸਿਮਰਨ ਦਾ। ਔਰ ਇਹ ਵੀ ਸਮਝ ਲਿਆ ਕਿ ਸਮਾਂ ਉਹੀ ਸਫਲਾ ਹੈ ਜਿਹੜਾ ਪ੍ਰਮਾਤਮਾ ਦੀ ਬੰਦਗੀ 'ਚ ਬਤੀਤ ਹੋ ਜਾਏ। ਪਾਤਸ਼ਾਹ ਕਹਿੰਦੇ, ਅਹੀ ਅਵਸਰ ਇਹ ਤੇਰੀ ਵਾਰ, ਘਟ ਪੀਤਰ ਤੂੰ ਦੇਖ ਮੁਰਾਦ। ਇਹੀ ਅਵਸਰ ਹੈ, ਇਹੀ ਤੇਰੀ ਵਾਰੀ ਹੈ, ਇਹੀ ਤੇਰੇ ਕੋਲ ਇੱਕ ਸਮਾਂ ਹੈ ਮਨੁੱਖਾ ਜੀਵਨ ਦਾ। ਇਹਦੇ ਵਿੱਚ ਹੀ ਤੂੰ ਉਸ ਮੁਰਾਰ ਨੂੰ, ਉਸ ਪ੍ਰਮਾਤਮਾ ਨੂੰ ਵੇਖ ਸਕਦਾ ਹੈ ਜਿਹੜਾ ਘਟ ਘਟ ਦੇ ਵਿੱਚ ਰਮਿਆ ਹੋਇਆ ਹੈ। ਉਸ ਰੱਬੀ ਸ਼ਕਤੀ ਨੂੰ, ਅਜੀਮ ਸ਼ਕਤੀ ਨੂੰ ਵੇਖ ਸਕਦਾ ਹੈ ਜਿਹੜੀ ਘਟ ਘਟ ਦੇ ਵਿੱਚ ਵਰਤ ਰਹੀ ਹੈ। ਘਟ ਘਟ ਮੈਂ ਹਰਜੂ ਵਸੇ ਸੰਤਨ ਕਹਿਓ ਪੁਕਾਰ। ਹੁਣ ਸਿਮਰਨ ਦਾ ਸਮਾਂ ਕਿਹੜਾ? ਹੁਣ ਵੇਖੋ, ਜਦੋਂ ਕਿਸਾਨ ਫਸਲ ਬੀਜਦਾ ਹੈ ਨਾ, ਤੇ ਜੇ ਅਗੇਤਰੀ ਬੀਜ ਦੇਵੇ ਫਸਲ ਤਾਂ ਵੀ ਉਹਨੂੰ ਝਾੜ ਵਧੀਆ ਨਹੀਂ ਮਿਲਦਾ, ਤੇ ਜੇ ਪਿਛੇਤਰੀ ਬੀਜ ਦੇਵੇ ਤੇ ਚਾਹ ਵੀ ਝਾੜ ਵਧੀਆ ਨਹੀਂ ਮਿਲਦਾ। ਤੇ ਜਦੋਂ ਵਕਤ ਤੇ ਜ਼ਮੀਨ ਆਈ ਹੁੰਦੀ ਹੈ, ਸਮੇਂ ਤੇ ਜ਼ਮੀਨ ਆਈ ਹੁੰਦੀ ਹੈ, ਸਮਾਂ ਹੁੰਦਾ ਹੈ, ਉਸ ਵੇਲੇ ਬੀਜਦਾ ਹੈ ਬੀਜ ਭੋਏ ਦੇ ਅੰਦਰ, ਧਰਤੀ ਦੀ ਕੋਖ ਦੇ ਵਿੱਚ ਬੀਜ ਪਾਉਂਦਾ ਹੈ। ਤੇ ਖਿਆਲ ਕਰਨਾ, ਉਸ ਵੇਲੇ ਵਕਤ ਤੇ ਆਈ ਹੋਈ ਜ਼ਮੀਨ ਦੇ ਵਿੱਚ ਜਦੋਂ ਬੀਜ ਪੈਂਦਾ ਹੈ ਤੇ ਬੀਜ ਪ੍ਰਫੁੱਲਤ ਹੋ ਜਾਂਦਾ ਹੈ। ਇੱਕ ਬੀਜ ਤੋਂ ਹਜ਼ਾਰਾਂ ਬੀਜ ਮਿਲਦੇ ਨੇ। ਇੱਕ ਸਮਾਂ ਹੈ ਨਾ ਅਗੇਤਰੀ ਤੇ ਉਹਨੂੰ ਉਹਨਾਂ ਝਾੜ ਮਿਲਿਆ, ਨਾ ਪਿਛੇਤਰੀ ਤੇ ਝਾੜ ਮਿਲਿਆ। ਸਮੇਂ ਤੇ ਆ ਕੇ ਉਹਨੂੰ ਜਦੋਂ ਬੀਜੀ ਉਸਨੇ ਫਸਲ ਤੇ ਉਹਨੂੰ ਝਾੜ ਬੜਾ ਮਿਲਿਆ ਕਿਸਾਨ ਨੂੰ। ਇਸ ਲਈ ਸਿਮਰਨ ਦਾ ਵੀ ਇੱਕ ਖਾਸ ਸਮਾਂ ਹੈ, ਜਪਣਾ ਹਰ ਸਮੇਂ। ਔਰ ਇਹ ਮਨੁੱਖਾ ਜੀਵਨ ਹੀ ਇੱਕ ਸਮਾਂ ਹੈ ਜਿਹਦੇ ਵਿੱਚ ਜਪਿਆ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਉਸ ਨੂੰ ਸਫਲਾ ਕੀਤਾ ਜਾ ਸਕਦਾ ਹੈ। ਔਰ ਇੱਕ ਖਾਸ ਸਮਾਂ ਵੀ ਹੈ। ਖਾਸ ਸਮਾਂ ਕਿਹੜਾ ਹੈ? ਜਦੋਂ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਆ, ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਕੁੱਟੇ ਨਾਹੀਂ। ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਅੰਮ੍ਰਿਤ ਵੇਲਾ, ਪ੍ਰਭਾਤ ਵੇਲਾ ਜਿਸ ਨੂੰ ਕਹਿੰਦੇ ਆ, ਜਿਹੜਾ 2:30 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ, ਦਿਨ 12 ਵਜੇ ਤੋਂ ਬਾਅਦ ਰਾਤੀ, ਦਿਨ 12 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਰਾਤ ਨੂੰ, ਤੇ 2:30 ਵਜੇ ਤੋਂ ਪ੍ਰਭਾਤ ਵੇਲਾ ਸ਼ੁਰੂ ਹੋ ਜਾਂਦਾ, ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ। ਤੇ ਸਵੇਰੇ ਸੂਰਜ ਦੀ ਕਿਰਨ ਆਵੇ ਇਸ ਤੋਂ ਪਹਿਲਾਂ ਨਿਤਨੇਮ ਭਜਨ ਬੰਦਗੀ ਹੋ ਜਾਵੇ। ਤੇ ਬਜ਼ੁਰਗ ਸਿਆਣੇ ਕਿਆ ਕਰਦੇ ਸਨ ਕਿ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਹੋਇਆ ਬੜਾ ਫਲ ਦਿੰਦਾ ਹੈ, ਕਿ ਉਸ ਵੇਲੇ ਪ੍ਰਮਾਤਮਾ ਇਹ ਤਰੰਗਾਂ ਬੜੀਆਂ ਨੇੜੇ ਹੁੰਦੀਆਂ ਨੇ, ਕਿਰਪਾ ਬੜੀ ਨੇੜੇ ਹੁੰਦੀ ਹੈ ਉਸਦੀ। ਉਸ ਅਜੀਮ ਸ਼ਕਤੀ ਦੀ ਕਿਰਪਾ ਇੰਨੀ ਨੇੜੇ ਹੁੰਦੀ ਹੈ ਕਿ ਜਿਹੜਾ ਉਸ ਵੇਲੇ ਉੱਠ ਜਾਂਦਾ ਆਪਣੀ ਝੋਲੀ 'ਚ ਪਵਾ ਲੈਂਦਾ ਹੈ, ਤੇ ਜਿਹੜੇ ਸੁੱਤੇ ਰਹਿੰਦੇ ਨੇ ਉਹ ਉਸ ਅਜੀਮ ਸ਼ਕਤੀ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਨੇ। ਚਿੜੀ ਚੌਕੀ ਪਉ ਫੁੱਟੀ ਵਕਣ ਬਹੁਤ ਤਰੰਗ। ਅੰਮ੍ਰਿਤ ਵੇਲੇ ਕਦੇ ਸੁਣਿਆ ਹੋਣਾ ਤੁਸੀਂ ਕਮਰਿਆਂ ਦੇ ਵਿੱਚ, ਕਦੇ ਚਹਿਚਾਟ ਚਿੜੀਆਂ ਦੀ ਸੁਣੋ,
ਆਸਮਾਨ ਤੇ ਆਸਮਾਨ ਦੇ ਉੱਤੇ ਉਡਾਰੀ ਮਾਰਦੀਆਂ ਹੋਈਆਂ ਚਿੜੀਆਂ ਰਾਤ ਨੂੰ ਤੁਹਾਨੂੰ 2 ਵਜੇ ਤੋਂ ਬਾਅਦ ਉਹਨਾਂ ਦੀ ਚਹਿਚਹਾਟ ਸੁਣਾਈ ਦੇ ਜਾਏਗੀ। ਕਦੇ ਧਿਆਨ ਨਾਲ ਸੁਣਨਾ, ਚਹਿਚਹਾਟ ਤੁਹਾਨੂੰ ਸੁਣਾਈ ਦੇ ਜਾਏਗੀ। ਉਹ ਵੀ ਆਪਣਾ ਆਲਣਾ ਛੱਡ ਦਿੰਦੀਆਂ ਨੇ ਅੰਮ੍ਰਿਤ ਵੇਲੇ, ਉਹ ਵੀ ਪ੍ਰਮਾਤਮਾ ਦਾ ਨਾਮ ਸੇ ਉਹਨਾਂ ਭਜਨ ਬੰਦਗੀਆਂ ਕਰਦੀਆਂ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਪ੍ਰਮਾਤਮਾ ਦੀ ਕਿਰਪਾ ਬਹੁਤ ਨੇੜੇ। ਇਸ ਵੇਲੇ ਜੇ ਅਸੀਂ ਉੱਠਾਂਗੇ ਤੇ ਪ੍ਰਮਾਤਮਾ ਦੀ ਕਿਰਪਾ ਲੈ ਲੈਣ। ਇਸ ਲਈ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਇਹ ਮੈਂ ਨਹੀਂ ਕਹਿ ਰਿਹਾ। ਅੰਮ੍ਰਿਤ ਵੇਲੇ ਦਾ ਖੰਡਨ ਕਈ ਲੋਕਾਂ ਨੇ ਕੀਤਾ ਕਿ ਜਿਸ ਵੇਲੇ ਬਾਣੀ ਪੜੋ ਉਸ ਵੇਲੇ ਅੰਮ੍ਰਿਤ ਵੇਲਾ। ਖਿਆਲ ਅੰਮ੍ਰਿਤ ਵੇਲੇ ਦਾ ਸਮਾਂ ਤੁਸੀਂ ਵੀਡੀਓ ਸੁਣੀ ਹੈ ਤੇ ਮੈਂ ਲਿੰਕ ਦੇ ਦਿਆਂਗਾ ਇੱਕ ਵਾਰੀ ਫਿਰ ਡਿਸਕ੍ਰਿਪਸ਼ਨ 'ਚ, ਤੇ ਆਪ ਜੋ ਉੱਥੇ ਜਾ ਕੇ ਅੰਮ੍ਰਿਤ ਵੇਲੇ ਦਾ ਸਮਾਂ ਸੁਣ ਲੈਣਾ ਜਿਨ੍ਹਾਂ ਨੇ ਨਹੀਂ ਸੁਣੀ। ਤੇ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨੂੰ ਪੁੱਠੇ ਨਹੀਂ। ਅਸੀਂ ਬਾਣੀ ਦੇ ਉੱਤੇ ਕਟਾਕਸ਼ ਨਹੀਂ ਕਰ ਸਕਦੇ। ਬਾਣੀ ਜੋ ਕੁਝ ਕਹਿ ਰਹੀ ਹੈ ਉਹ ਸੱਤ ਕਹਿ ਰਹੀ ਹੈ। ਬਾਣੀ ਦੇ ਉੱਤੇ ਕਟਾਕਸ਼ ਨਹੀਂ ਕੀਤਾ ਜਾ ਸਕਦਾ। ਬਾਣੀ ਦੇ ਉੱਤੇ ਕਟਾਕਸ਼ ਕਰਨ ਵਾਲੇ ਵੀ ਹੈਗੇ ਨੇ, ਇਸ ਲਈ ਮੈਂ ਉਹਨਾਂ ਤੋਂ ਖਿਮਾ ਚਾਹੁੰਦਾ। ਤੇ ਜਿੰਨੀ ਕੋ ਮਤ ਬੁੱਧ ਸੀ ਉਹਦੇ ਅਨੁਸਾਰ ਹੀ ਆਪ ਜੀ ਦੇ ਸਾਹਮਣੇ ਇਹ ਸਿਮਰਨ ਦਾ ਸਮਾਂ ਕਿਹੜਾ ਹੈ ਉਹ ਰੱਖਣ ਦਾ ਯਤਨ ਕੀਤਾ ਹੈ। ਤੇ ਜੇ ਵਿਚਾਰ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ, ਕਿਉਂਕਿ ਵਿਚਾਰ ਦੂਰ ਦੂਰ ਤੱਕ ਪਹੁੰਚਣੀ ਚਾਹੀਦੀ ਹੈ। ਸੰਗਤ ਦੇ ਹਰ ਇੱਕ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ। ਸ਼ਾਇਦ ਕਿਸੇ ਦੇ ਪੱਲੇ ਕੋਈ ਵਿਚਾਰ ਪੈ ਜਾਵੇ ਤੇ ਅਗਲੇ ਦਾ ਜੀਵਨ ਤਬਦੀਲ ਹੋ ਜਾਵੇ, ਤੇ ਮੇਰਾ ਬੋਲਿਆ ਔਰ ਤੁਹਾਡਾ ਲਾਈਕ ਔਰ ਸ਼ੇਅਰ ਕੀਤਾ ਜਿਹੜਾ ਉਹ ਵੀ ਸਫਲ ਹੋ ਜਾਏਗਾ। ਤੁਹਾਡੀ ਇਹ ਸੇਵਾ ਵੀ ਸਫਲ ਹੋ ਜਾਏਗੀ। ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਨੋਟੀਫਿਕੇਸ਼ਨ ਨੂੰ ਕਲਿੱਕ ਕਰ ਦੇਣਾ, ਉਹਦੇ ਤੇ ਜਾ ਕੇ ਆਲ ਨੂੰ ਪੁਸ਼ ਕਰ ਦੇਣਾ, ਕਿਉਂਕਿ ਅੱਗੇ ਤੋਂ ਜੋ ਵੀ ਵੀਡੀਓ ਮੇਰੇ ਚੈਨਲ ਤੇ ਅਪਲੋਡ ਹੋਏ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ। ਇਸ ਲਈ ਆਲ ਨੋਟੀਫਿਕੇਸ਼ਨ ਨੂੰ ਕਲਿੱਕ ਕਰ ਦੇਣਾ ਬੈਲ ਤੇ ਜਾ ਕੇ, ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਆਪ ਜੀ ਨੂੰ ਪ੍ਰਾਪਤ ਹੋਵੇ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਮੈਂ ਇੱਕ ਬੇਨਤੀ ਹੋਰ ਆਪ ਜੀ ਦੀ ਨਜ਼ਰ ਕਰਦੇ ਹਾਂ ਕਿ ਜਿਹੜੇ ਆਨਲਾਈਨ ਸ਼ਾਪਿੰਗ ਕਰਦੇ ਨੇ ਉਹਨਾਂ ਲਈ ਖੁਸ਼ਖਬਰੀ ਹੈ ਕਿ ਐਮਾਜ਼ੋਨ ਹੋਰ ਈ-ਕਾਮਰਸ ਸਾਈਟਸ ਜਿਹੜੀਆਂ ਨੇ ਜਿਨ੍ਹਾਂ ਤੋਂ ਆਪ ਜੀ ਘਰੇਲੂ ਵਸਤੂਆਂ, ਕੱਪੜੇ ਬੱਚਿਆਂ ਦੇ ਜਾਂ ਹੋਰ ਚੀਜ਼ਾਂ ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ, ਲੈਪਟਾਪ ਹੋ ਗਿਆ, ਕੈਮਰੇ ਹੋ ਗਏ, ਇਸ ਤਰ੍ਹਾਂ ਦੀਆਂ ਚੀਜ਼ਾਂ, ਮੋਬਾਈਲਸ ਹੋ ਗਏ, ਇਸ ਤਰ੍ਹਾਂ ਦੀਆਂ ਚੀਜ਼ਾਂ ਆਨਲਾਈਨ ਅਗਰ ਸ਼ਾਪਿੰਗ ਕਰਦੇ ਹੋ ਤੇ ਉਹ ਵੀ ਅੱਜ ਤੋਂ ਬਾਅਦ ਮੈਂ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਦੇਣ ਜਾ ਰਿਹਾ। ਐਫੀਲੀਏਟ ਮਾਰਕੀਟਿੰਗ ਦਾ 10 ਐਫੀਲੀਏਟ ਮਾਰਕੀਟਿੰਗ ਕਰਦਾ ਹੈ ਤੇ ਉਸ ਦਾ ਲਿੰਕ ਮੈਂ ਜਿਹੜਾ ਹੈ ਐਮਾਜ਼ੋਨ ਦੇ ਲਿੰਕ ਆਪ ਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ। मीशो ਦੇ शॉप 151 ਦੇ और दास ਦਾ एक ऑनलाइन शॉपिंग स्टोर भी है, हमदम 1313 ऑनलाइन शॉपिंग स्टोर फेसबुक ਤੇ पेज है, वो आप जी लाइक कर सकते हो। उसका लिंक भी मैं डिस्क्रिप्शन 'ਚ ਦੇ ਦਿਆਂਗਾ, उसनों भी आप लाइक कर सकते हो। तो ਜਿਹੜੇ पिंटरेस्ट ਨੂੰ ਜਾਣਦੇ ਹੋ ਉਹ पिंटरेस्ट ऐप ਤੇ ਜਾ ਕੇ ਮੇਰੇ हमदम 1313 ऑनलाइन स्टोर ਨੂੰ फॉलो कर सकते हैं। ਉੱਥੇ ਵੀ दास ਦਾ स्टोर है, दास ने पिंटरेस्ट ऐप ਤੇ ਵੀ ਖੋਲ੍ਹਿਆ ਹੋਇਆ ਹੈ। ਤੇ ਜਿਹੜੇ ਗੂਗਲ ਬਿਜ਼ਨਸ ਦੇ ਉੱਤੇ ਸਰਚ ਕਰਦੇ ਨੇ ਉੱਥੇ ਜਾ ਕੇ ਵੀ ਆਪ ਜੀ हमदम 1313 ऑनलाइन शॉपिंग स्टोर सर्च कर सकते हो, उसको फॉलो कर सकते हो। और ਉੱਥੇ ਵੀ ਆਪ ਜੀ ऑनलाइन ई-ਕਾਮਰਸ ਸਾਈਟਸ ਤੇ ਜਿਹੜਾ ਹੈ ਆਪ ਜੀ ਵਸਤੂਆਂ ਖਰੀਦ ਸਕਦੇ ਹੋ। ਔਰ ਮੈਂ ਇਸ ਕਰਕੇ ਇਹ ਐਫੀਲੀਏਟ ਮਾਰਕੀਟਿੰਗ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਗੁਰਦੁਆਰਿਆਂ ਦਾ ਪਤਾ ਨਹੀਂ, ਗੁਰਦੁਆਰੇ ਦੀ ਸੇਵਾ ਦਾ ਪਤਾ ਕੋਈ ਨਹੀਂ, ਕਿਉਂਕਿ ਅੱਜ ਗੁਰਦੁਆਰਿਆਂ ਦੇ ਵਿੱਚ ਬਹੁਤਾਤ ਦੇ ਵਿੱਚ ਜਿੱਥੇ ਜਿੱਥੇ ਦਾਸ ਨੇ ਸੇਵਾ ਕੀਤੀ ਹੈ ਰੱਬ ਝੂਠ ਨਾ ਬੁਲਾਏ ਔਰ ਰੱਬ ਆਪਣੀ ਭਗਤੀ ਬੰਦਗੀ ਦੇ ਵਿੱਚ ਜੁੜਨ ਦਾ ਬਲ ਦੇਵੇ। ਪਰ ਦੇਖਣ ਦੇ ਵਿੱਚ ਇਹ ਹੈ ਕਿ ਝੂਠ, ਮੱਕਾਰੀ, ਫਰੇਬ ਹਰ ਇੱਕ ਥਾਂ ਤੇ ਮੌਜੂਦ ਹੈ। ਗੁਰਦੁਆਰੇ ਵੀ ਅੱਜ ਇਸ ਤੋਂ ਵਾਂਝੇ ਨਹੀਂ ਰਹੇ ਔਰ 2-3 ਥਾਵਾਂ ਤੋਂ ਦਾਸ ਨੂੰ ਆਪ ਜਵਾਬ ਦੇਣਾ ਪਿਆ, ਮੱਕਾਰੀ ਕਰਕੇ, ਝੂਠ ਕਰਕੇ, ਫਰੇਬ ਕਰਕੇ। ਫਿਰ ਉਸ ਤੋਂ ਬਾਅਦ ਸੋਚਿਆ ਬਈ ਕੀ ਕੰਮ ਕੀਤਾ ਜਾਏ ਤੇ ਥੋੜ੍ਹਾ ਐਫੀਲੀਏਟ ਮਾਰਕੀਟਿੰਗ ਪਹਿਲਾਂ ਵੀ ਕਰਦਾ ਸੀ, ਪਰ ਉਸ ਤੋਂ ਬਾਅਦ ਫਿਰ ਜਿਹੜਾ ਮੈਂ ਇਸ ਨੂੰ ਇੱਕ ਕਿੱਤੇ ਦੇ ਤੌਰ ਤੇ ਹੀ ਪਾ ਲਿਆ। ਤੇ ਆਪ ਜੀ ਨੂੰ ਅੱਜ ਤੋਂ ਬਾਅਦ ਜਿਹੜੀ ਵੀਡੀਓ ਅਪਲੋਡ ਹੋਏਗੀ ਉਸ ਦੇ ਨਾਲ ਨਾਲ ਡਿਸਕ੍ਰਿਪਸ਼ਨ 'ਚ ਲਿੰਕ ਮਿਲ ਜਾਣਗੇ, ਆਪ ਜੀ ਉੱਥੇ ਜਾ ਕੇ ਸਰਚ ਕਰਕੇ ਆਪਣੇ ਮਨ ਚਾਹੇ ਪ੍ਰੋਡਕਟ ਖਰੀਦ ਸਕਦੇ ਹੋ। ਇਸ ਨਾਲ ਤੁਹਾਨੂੰ ਮਨ ਚਾਹੇ ਪ੍ਰੋਡਕਟ ਮਿਲ ਜਾਣਗੇ ਔਰ ਮੇਰੀ ਥੋੜ੍ਹੀ ਜਿਹੀ ਹੈਲਪ ਹੋ ਜਾਏਗੀ, ਕਿਉਂਕਿ ਉਹਦੇ ਵਿੱਚ ਜੋ ਥੋੜ੍ਹੀ ਬਹੁਤੀ ਕਮਿਸ਼ਨ ਹੈ ਉਹ ਮੈਨੂੰ ਮਿਲ ਜਾਏਗੀ। ਡਾਇਰੈਕਟ ਖਰੀਦੋਗੇ तो कमीशन किसी को मिलेगी, पैसे उन्हें ही जाएंगे। पर यह है कि जे मेरे लिंक द्वारा खरीदते हो, जो डिस्क्रिप्शन देते हैं उत्थे जाके खरीदते हो तो कुछ मेरी सहायता भी हो जाएगी, मेरी हेल्प भी हो जाएगी और दास अपने पैरों पर भी खड़ा हो सकेगा। सतगुरु कृपा कर मेरे पर हाथ रखन। आप सुनना तो बहुत बहुत धन्यवाद।
ਸਤਿਗੁਰ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ